श्री वाहिगुरु जी वाहिगुरु जी वाहिगुरु जी वाहिगुरु जी। श्री नानक पग पंकज बंदन पग पंकज बंदन सिमरो अंगद दोख निकंदन। अमरदास गुर हृदय त्यावो हृदय त्यावो। श्री गुरु रामदास गुण गावो। श्री अर्जन बिघ्नन के नासक बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है माणक भगत बैराग। श्री गुरु ग्रंथ साहिब उदित बंदों कर अनुराग। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जीओ। दोहरा श्री अर्जन जग सतगुरु संगत करत उधार। सहत आनंद बिलंद के कितक काल कोटार। श्री अर्जन जग सतगुरु। सच्चे पातशाह गरीब नवाज दीन दुनिया दे मालक चबर छतर तखत दे मालक समरथ गुरु परतख गुरु दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। धन धन सच्चे पातशाह गरीब नवाज। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाएमान संगत जी। आप जी बड़े ही प्यार दे नाल सतगुरु जी दी बाणी नूं सरवण कर रहे सीगे। मुख वाक आपां ने सरवण कीता है। महाराज जी दी कथा कुछ समय लिए आपां सरवण करनी है।
ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਜੀ ਨੂੰ ਧੰਨ ਧੰਨ ਕਹਿਣ ਵਿੱਚ ਬਹੁਤ ਹੀ ਫਾਇਦਾ ਹੈ, ਬਹੁਤ ਹੀ ਫਾਇਦਾ ਹੈ। ਕਿਉਂ? ਜਿਹੜਾ ਗੁਰੂ ਜੀ ਨੂੰ ਧੰਨ ਧੰਨ ਆਖੇ ਨਾ ਜੀ, ਉਹਦਾ ਪਰਦਾ ਬਣਿਆ ਰਹਿੰਦਾ ਹੈ ਜੀ। ਹਰ ਇੱਕ ਬੰਦਾ ਚਾਹੁੰਦਾ ਮੇਰਾ ਪਰਦਾ ਬਣਿਆ ਰਵੇ ਜੀ, ਮੇਰੀ ਇੱਜ਼ਤ ਬਣੀ ਰਵੇ, ਮੇਰਾ ਪਰਦਾ ਬਣਿਆ ਰਵੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਬੜਾ ਸੌਖਾ ਕੰਮ ਹੈ, ਬਹੁਤ ਸੌਖਾ ਕੰਮ ਹੈ। ਮਹਾਰਾਜ ਕਿਹੜਾ? ਮਹਾਰਾਜ ਕਹਿਣ ਲੱਗੇ ਗੁਰੂ ਨੂੰ ਧੰਨ ਧੰਨ ਕਿਹਾ ਕਰੋ। ਜਿਹੜਾ ਗੁਰੂ ਨੂੰ ਧੰਨ ਧੰਨ ਕਹਿੰਦਾ ਹੈ, ਉਹਦਾ ਪਰਦਾ ਕੱਜਿਆ ਰਹਿੰਦਾ ਹੈ ਜੀ। ਤੇ ਪਰਦਾ ਹੈ ਤੇ ਗੱਲਬਾਤ ਹੈ, ਪਰਦਾ ਚੁੱਕਿਆ ਗਿਆ ਤੇ ਕੱਖ ਵੀ ਨਹੀਂ ਜੀ। ਸੋ ਇਸ ਕਰਕੇ ਮਹਾਰਾਜ ਬਾਣੀ 'ਚ ਕਹਿੰਦੇ ਸਭ ਧੰਨ ਕਹੋ, ਸਭ ਧੰਨ ਕਹੋ, ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਬੜਾ ਸੌਖਾ ਕੰਮ ਹੈ, ਪਰ ਮਾੜੇ ਭਾਗਾਂ ਵਾਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਜੀ। ਚੰਗੇ ਭਾਗਾਂ ਵਾਲਾ ਬੰਦਾ, ਚੰਗੇ ਭਾਗਾਂ ਵਾਲਾ ਜੀਵ ਇਹ ਕੰਮ ਕਰੇਗਾ ਜੀ। ਆਪਣੇ ਗੁਰੂ ਨੂੰ ਧੰਨ ਧੰਨ ਆਖੇਗਾ ਜੀ। ਜਿਹੜਾ ਧੰਨ ਧੰਨ ਕਹੇਗਾ ਉਹਦਾ ਬੜਾ ਭਲਾ ਹੋਏਗਾ। ਮਹਾਰਾਜ ਬਾਣੀ 'ਚ ਕਹਿੰਦੇ ਆ ਸਭ ਆਖੋ ਧੰਨ ਧੰਨ ਗੁਰ ਸੋਈ। ਮਹਾਰਾਜ ਕਹਿੰਦੇ ਧੰਨ ਧੰਨ ਕਿਹਾ ਕਰੋ, ਧੰਨ ਧੰਨ ਕਿਹਾ ਕਰੋ। ਤੇ ਬਾਣੀ 'ਚ ਲਿਖਿਆ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਜਿਹੜਾ ਗੁਰੂ ਨੂੰ ਧੰਨ ਧੰਨ ਕਹੇਗਾ ਉਹਦੇ ਪਰਦੇ ਕੱਜੇ ਰਹਿਣਗੇ ਜੀ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਮੇਰੀ ਗੱਲ ਨਹੀਂ ਹੈਗੀ, ਇਹ ਬਾਣੀ 'ਚ ਲਿਖਿਆ ਸੰਗਤ ਜੀ, ਬਾਣੀ 'ਚ ਲਿਖਿਆ ਸਤਿਗੁਰੂ ਜੀ ਕਹਿ ਰਹੇ ਨੇ। ਸੋ ਆਪ ਜੀ ਨੇ ਕਥਾ ਸਰਵਣ ਕੀਤੀ। ਸੁਲਹੀ ਖਾਨ ਗੁਰੂ ਜੀ ਉੱਤੇ ਚੜ੍ਹ ਕੇ ਆਇਆ ਜੀ, ਬੜੇ ਮਾਣ ਨਾਲ ਆਇਆ। ਰਸਤੇ 'ਚ ਬਾਬੇ ਪ੍ਰਿਥੀਏ ਨੂੰ ਮਿਲਣ ਗਿਆ ਜੀ। ਅੱਗ ਦਾ ਭੱਠਾ ਵੇਖਣ ਲੱਗਾ, ਸਾਹ ਬਹੁਤ ਚੜ੍ਹਿਆ ਸੀਗਾ, ਅੱਗੇ ਸਵਾਹ ਸੀਗੀ ਜੀ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਵਾਹ ਵਿੱਚ ਧੱਸ ਗਿਆ ਤੇ ਸੜ ਕੇ ਮਰਿਆ ਜੀ। ਹੱਥ 'ਚ ਗੰਡਾਸਾ ਸੀ, ਉਹ ਤਾਂ ਨੂੰ ਛੁੱਟਿਆ ਜੀ। ਉਹ ਗੰਡਾਸਾ ਫਿਰ ਧੌਣ ਨੂੰ ਵੱਜਿਆ ਜੀ ਤੇ ਸੁਲਹੀ ਖਾਂ ਮਰ ਗਿਆ ਜੀ। ਸੁਲਹੀ ਖਾਂ ਦੀ ਮੌਤ ਕਿਵੇਂ ਹੋਣੀ ਹੈ ਇਹ ਗੁਰੂ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਬਾਣੀ ਵਿੱਚ ਜੀ। ਘੱਟੋ ਘੱਟ ਨਹੀਂ 10 ਸਾਲ ਪਹਿਲਾਂ ਗੁਰੂ ਜੀ ਨੇ ਇਹ ਗੱਲ ਲਿਖ ਦਿੱਤੀ ਸੀ। ਉਹ ਸ਼ਬਦ ਵੀ ਆਪ ਜੀ ਨੇ ਸਰਵਣ ਕੀਤਾ ਜੀ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਧਰਮ ਤੋਂ ਹੀਣ ਹੋ ਕੇ ਮਰੇਗਾ ਤੇ ਮੁਸਲਮਾਨ ਧਰਮ 'ਚ ਸੜ ਕੇ ਮਰਨਾ ਧਰਮ ਤੋਂ ਹੀਣਾ ਜੀ ਮੰਨਿਆ ਜਾਂਦਾ ਹੈ ਜੀ। ਗੁਰੂ ਰਾਮਦਾਸ ਸਾਹਿਬ ਜੀ ਲਿਖਦੇ ਆ, ਕਹਿੰਦੇ ਆ ਜੇ ਕੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਕੱਜ ਕੇ ਆਖੋ ਵਾਹਿਗੁਰੂ। ਜੇ ਕੋਈ ਪੂਰੇ ਗੁਰੂ ਨੂੰ ਮੰਦਾ ਆਖੇ, ਉਪਾਵਨ ਹਾਰਾ ਰੱਬ ਜਿਹੜਾ ਹੈ ਨਾ ਉਹ ਉਸ ਬੰਦੇ ਨੂੰ ਆਪੇ ਹੀ ਮਾਰ ਦਿੰਦਾ ਹੈ ਜੀ। ਇਸੇ ਕਰਕੇ ਮਹਾਰਾਜ ਬਾਣੀ ਵਿੱਚ ਬੜੇ ਬੜੇ ਸਖਤ ਬਚਨ ਲਿਖਦੇ ਆ, ਕਿਉਂਕਿ ਸਾਖੀ ਤੁਸੀਂ ਸੁਣੀ ਹੈ, ਸਾਰੀ ਵਿਸਥਾਰ ਦੇ ਨਾਲ ਸਾਖੀ ਸੁਣ ਲਈ ਹੈ। ਪ੍ਰਿਥੀਆ ਬਹੁਤ ਕਲਪਿਆ, ਬੜਾ ਨਾਰਾਜ਼ ਹੋਇਆ, ਬੜਾ ਗੁੱਸੇ ਹੋਇਆ, ਵਸ ਨਹੀਂ ਚੱਲਦਾ, ਉਲਟਾ ਕੰਮ ਪ੍ਰਿਥੀਏ ਤੇ ਪੈ ਗਿਆ ਜੀ। ਪ੍ਰਿਥੀਏ ਬਾਬੇ ਨੇ ਸੁਲਹੀ ਖਾਂ ਨੂੰ ਸੱਦਿਆ ਸੀ ਕਿ ਇਹ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰੇਗਾ। ਉਲਟਾ ਸੁਲਹੀ ਦੀ ਮੌਤ ਦਾ ਜਿਹੜਾ ਨਾਮ ਹੈ ਉਹ ਪ੍ਰਿਥੀਏ ਤੇ ਲੱਗ ਗਿਆ ਜੀ। ਜੇ ਕੋ ਸਰ ਸੰਧੈ ਜਨ ਉਪਰ, ਫਿਰ ਉਲਟੋ ਤਿਸੈ ਲਗਾਵੈ ਗੋ। ਗੱਜ ਕੇ ਆਖੋ ਵਾਹਿਗੁਰੂ। ਬਾਣੀ ਮਹਾਰਾਜ ਗੁਰੂ ਰਾਮਦਾਸ ਜੀ ਦੀ ਸ਼ਾਇਦ ਪੰਕਤੀ। ਜੇ ਕੋ ਸਰ ਸੰਧੈ ਜਨ ਉਪਰ, ਫਿਰ ਉਲਟੋ ਤਿਸੈ ਲਗਾਵੈ ਗੋ। ਜੇ ਕੋਈ ਰੱਬ ਦੇ ਪਿਆਰਿਆਂ ਤੇ ਨਿਸ਼ਾਨਾ ਲਾਵੇ, ਉਲਟਾ ਉਹਨੂੰ ਹੀ ਲੱਗ ਜਾਂਦਾ ਹੈ। ਬਾਬਾ ਪ੍ਰਿਥੀਆ ਪੈਸੇ ਦੇ ਕੇ ਛੁੱਟੇ ਜੀ। ਉਹਦੇ ਪੁੱਤਰ ਨੂੰ ਕਈ ਦਿਨ ਕੋਲ ਰੱਖਿਆ, ਫਿਰ ਚੰਦੂ ਨਾਲ ਮਿਲਾਪ ਕੀਤਾ ਜੀ ਬਾਬੇ ਪ੍ਰਿਥੀਏ ਨੇ ਜੀ।
ਕਿਉਂ ਸੁਲਹੀ ਖਾਂ ਯਾਰ ਸੀਗਾ, ਉਹ ਮਰ ਗਿਆ। ਹੁਣ ਚੰਦੂ ਨਾਲ ਸਲਾਹ ਕੀਤੀ ਵੀ ਚੰਦੂ ਦੀ ਗੁਰੂ ਅਰਜਨ ਸਾਹਿਬ ਨਾਲ ਬਣਦੀ ਨਹੀਂ ਹੈ, ਉਹਨਾਂ ਨਾਲ ਮੈਂ ਗੱਲ ਕਰਾਂ, ਉਹ ਨੁਕਸਾਨ ਪਹੁੰਚਾਉਣ ਦੀ। ਗੁਰੂ ਮਿਹਰ ਕਰੇ, ਈਰਖਾ ਦੀ ਅਗਨੀ ਭੈੜੀ ਹੈ ਜੀ। ਬਾਬੇ ਪ੍ਰਿਥੀਏ ਨੂੰ ਨਹੀਂ ਸੁੱਖ ਮਿਲਿਆ ਜੀ। ਜਿੰਨਾ ਸਮਾਂ ਸਰੀਰ ਕਰਕੇ ਰਹੇ, ਉਹ ਇਹੋ ਹੀ ਗੱਲਾਂ ਕਰਦੇ ਰਹੇ ਜੀ। ਉਧਰ ਹੁਣ ਸੰਗਤ ਜੀ ਸੁਣੋ, ਗੁਰੂ ਅਰਜਨ ਦੇਵ ਜੀ ਦੁਨੀਆ ਨੂੰ ਤਾਰ ਰਹੇ ਨੇ ਜੀ। ਮਹਾਰਾਜ ਜੀ ਦਾ ਪ੍ਰਸੰਗ, ਮਹਾਰਾਜ ਜੀ ਦੀ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਹੁਤਾ ਹੀ ਫਾਇਦੇ ਵਾਲਾ ਕੰਮ 'ਚ ਗੁਰੂ ਨੂੰ ਧੰਨ ਧੰਨ ਕਹਿਣਾ ਬਹੁਤਾ ਹੀ ਫਾਇਦੇ ਵਾਲਾ ਕੰਮ ਹੈ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਅਰਜਨ ਜਗ ਸਤਿਗੁਰੂ ਸੰਗਤ ਕਰਤ ਉਧਾਰ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਗਤ ਗੁਰੂ, ਜਗਤ ਦੀ ਗੁਰਤਾ ਗੱਦੀ ਹੈ। ਜਗਤ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦਾ ਉਧਾਰ ਕਰਦੇ ਹੈ, ਰਹਿਮਤਾਂ ਕਰਦੇ, ਤਾਰ ਰਹੇ ਨੇ ਮਹਾਰਾਜ। ਹਾਂਜੀ। ਸਾਹਿਤ ਆਨੰਦ ਬਿਲੰਦ ਕੇ ਕਿਤਕ ਕਾਲ ਕੋਟਾਰ। ਫਿਰ ਮਹਾਰਾਜ ਬੜੇ ਆਨੰਦ ਵਿੱਚ ਨੇ ਜੀ, ਬੜੇ ਆਨੰਦ ਵਿੱਚ ਨੇ, ਆਤਮਾ ਟਿਕਾਓ ਵਿੱਚ ਹੈ। ਜਿਹੜਾ ਗੁਰੂ ਜੀ ਦੇ ਦਰਸ਼ਨ ਕਰ ਲੈਂਦਾ ਉਹ ਵੀ ਆਨੰਦ 'ਚ ਹੋ ਜਾਂਦਾ ਜੀ। ਕਿਤਕ ਕਾਲ ਕੋ ਟਾਲ, ਕਈਆਂ ਦੇ ਕਾਲ ਨੂੰ ਹੀ ਮਹਾਰਾਜ ਨੇ ਟਾਲ ਦਿੱਤਾ ਜੀ। ਕਾਲ ਕਿਹਨੂੰ ਕਹਿੰਦੇ? ਮੌਤ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਕਈਆਂ ਦੀ ਮੌਤ ਨੂੰ ਹੀ ਮਹਾਰਾਜ ਟਾਲ ਦਿੰਦੇ ਆ। ਹੋ ਜਾਂਦਾ ਜੀ, ਹੋ ਜਾਂਦਾ। ਮੈਨੂੰ ਕੱਲ ਪਰਸੋਂ ਕਿਸੇ ਪ੍ਰੇਮੀ ਨੇ ਦੱਸਿਆ ਕਿਵੇਂ, ਕਹਿੰਦੇ ਸਾਡੀ ਮੌਤ ਹੀ ਰੱਬ ਨੇ ਬਚਾ ਦਿੱਤੀ ਜੀ। ਟਾਲ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਬਖਸ਼ਿਸ਼ ਕਰ ਦਿੰਦੇ ਆ। ਮਹਾਰਾਜ ਸਹਾਈ ਹੁੰਦੇ ਆ ਜੀ। ਹਾਂਜੀ। ਇੰਨੀ ਕੁ ਥਾਂ ਤੋਂ ਬੰਦਾ ਬਚ ਜਾਂਦਾ ਜੀ, ਇੰਨੀ ਕੁ ਥਾਂ ਤੋਂ ਜੀ। ਜੇ ਉਹ ਬਚਾਉਣ ਤੇ ਆਵੇ ਨਾ ਜੀ, ਇੰਨੀ ਕੁ ਜਗ੍ਹਾ ਤੋਂ ਬੰਦੇ ਨੂੰ ਬਚਾ ਲੈਂਦੇ ਜੀ। ਕਈਆਂ ਦੇ ਕਾਲ ਨੂੰ ਹੀ ਗੁਰੂ ਅਰਜਨ ਦੇਵ ਜੀ ਟਾਲ ਦਿੰਦੇ, ਮੌਤ ਨੂੰ ਹੀ ਟਾਲ ਦਿੰਦੇ ਸੱਚੇ ਪਾਤਸ਼ਾਹ। ਐਡੇ ਵੱਡੇ ਸਤਿਗੁਰੂ ਨੇ, ਕੋਈ ਬੰਦਾ ਨਹੀਂ ਬਚਾ ਸਕਦਾ ਇਹਦੇ ਤੋਂ। ਹਾਂਜੀ। ਸਵਈਆ ਛੰਦ ਸਿੱਖ ਹਜ਼ਾਰੋਂ ਸ਼ਰਨੀ ਪਰ ਹੈ। ਹਜ਼ਾਰਾਂ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਨੇ ਜੀ। ਹਾਂਜੀ। ਸਤਨਾਮ ਕੋ ਦੇ ਤੇ ਉਪਦੇਸ਼। ਮਹਾਰਾਜ ਹਜ਼ਾਰਾਂ ਆਏ ਹੋਏ ਪ੍ਰੇਮੀਆਂ ਨੂੰ ਪਤਾ ਕੀ ਕਹਿੰਦੇ ਐ? ਭਾਈ ਨਾਮ ਜਪਿਆ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪਿਆ ਕਰੋ। ਮਹਾਰਾਜ ਉਪਦੇਸ਼ ਦਿੰਦੇ ਆ ਸੱਚੇ ਪਾਤਸ਼ਾਹ। ਹਾਂਜੀ। ਅਜ਼ਮਤ ਜੁਤ ਬਹੁ ਜੀਵ ਮੁਕਤ ਭੇ, ਕਾਟੇ ਬੰਧਨ ਕੁਮਤ ਕਲੇਸ਼। ਗੁਰੂ ਸਾਹਿਬ ਜੀ ਨੇ ਜਿੱਥੇ ਕਈਆਂ ਦੇ ਕਲੇਸ਼ ਕੱਟੇ ਜੀ, ਕਈਆਂ ਨੂੰ ਬਖਸ਼ਿਸ਼ਾਂ ਕੀਤੀਆਂ, ਗੁਰੂ ਅਰਜਨ ਦੇਵ ਜੀ ਦੇ ਦਰ ਤੇ ਸੇਵਾ ਕਰ ਕਰਕੇ ਆਮ ਜੇ ਬੰਦੇ ਵੀ ਤਾਕਤਵਰ ਬਣ ਗਏ ਜੀ। ਆਮ ਜੇ ਬੰਦੇ ਵੀ ਜੀ। ਤੁਸੀਂ ਸੁਣੀ ਸੀ ਨਾ ਬਾਬਾ ਸਾਲੋ ਜੀ ਦੀ ਸਾਖੀ ਜੀ। ਬਚਨ ਹੀ ਕਰਕੇ ਸਰੀਰ ਹੀ ਬਦਲ ਦਿੰਦੇ ਹੈਗੇ ਜੀ। ਕਹਿੰਦੇ ਆਮ ਜੇ ਬੰਦੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸੇਵਾ ਕਰਕੇ ਤਾਕਤਾਂ ਵਾਲੇ ਬਣ ਗਏ ਜੀ, ਕਰਾਮਾਤਾਂ ਵਾਲੇ ਬਣ ਗਏ ਜੀ। ਹਾਂਜੀ। ਸੇਵਾ ਕਰ ਕਰ ਸ਼ਰਧਾ ਧਰ ਧਰ, ਪਾਤਕ ਹਰ ਹਰ ਭਏ ਵਿਸ਼ੇਸ਼। ਸੇਵਾ ਕਰ ਕਰਕੇ ਆਪਣੇ ਪਾਪਾਂ ਨੂੰ ਦੂਰ ਕਰ ਲਿਆ ਜੀ। ਬੜੇ ਬੜੇ ਪਾਪੀਆਂ ਨੇ ਨਾ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰ ਕਰਕੇ ਆਪਣੇ ਪਾਪਾਂ ਨੂੰ ਕਰ ਲਿਆ ਦੂਰ, ਤੇ ਰੱਬ ਦਾ ਹੀ ਰੂਪ ਬਣ ਗਏ ਜੀ ਉਹ ਜੀ। ਰੱਬ ਦਾ ਹੀ ਰੂਪ ਬਣ ਗਏ। ਹੁੰਦਾ ਜੀ ਐਸਾ ਜੀ। ਸੇਵਾ ਕਰਨੀ ਨਹੀਂ ਆਉਂਦੀ ਜੀ। ਇੱਕ ਸੇਵਾ ਕਰਦੇ ਆ, ਦੋ ਪੰਡਾਂ ਸਿਰ ਤੇ ਚੁੱਕ ਕੇ ਲੈ ਜਾਂਦੇ ਆ। ਹਾਂਜੀ। ਇਸ ਕਰਕੇ ਜਿਨ੍ਹਾਂ ਨੂੰ ਆਉਂਦੀ ਹੈ ਉਹ ਰੱਬ ਦਾ ਹੀ ਰੂਪ ਬਣ ਜਾਂਦੇ ਜੀ। ਹਾਂਜੀ। ਕਿਤਕ ਸਮੀਪ ਰਹਤ ਨਹਿ ਗਮਨਤ,
ਦਰਸ਼ਨ ਕੋ ਸੁਖ ਲਾਹੈ ਆਸ਼ੀਸ਼। ਕਈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ, ਜਾਂਦੇ ਹੀ ਨਹੀਂ ਜੀ ਘਰ ਆਪਣੇ ਜੀ, ਦਰਸ਼ਨ ਹੀ ਕਰਦੇ ਰਹਿੰਦੇ ਆ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਸੁੱਖ ਮਿਲਦਾ ਸੰਗਤ ਜੀ। ਹਾਂਜੀ। ਅਪਰਦੇਸ਼ ਕਰਬੇ ਕਿਰਤਾਰਥ ਕਿਤਕ ਬਿਸਰਜਨ ਹੋਇ ਚੱਲ ਜਾਏ। ਗੁਰੂ ਸਾਹਿਬ ਜੀ ਨੇ ਫੁਰਨਾ ਬਣਾਇਆ ਵੀ ਬਹੁਤ ਚਿਰ ਹੋ ਗਿਆ ਅੰਮ੍ਰਿਤਸਰ ਬੈਠੇ ਆ ਤੇ ਹੁਣ ਕਿਤੇ ਹੋਰ ਵੀ ਹੋ ਕੇ ਆਈਏ। ਹਾਂਜੀ। ਹਿਰਦੈ ਧਿਆਨ ਗੁਰ ਰੂਪ ਬਸਾਵੈ ਨਿਸ਼ਚਲ ਮਤ ਕਰ ਨਹੀਂ ਡੋਲਾਏ। ਗੱਜ ਕੇ ਆਖੋ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸੇਵਾ ਕਰਨ ਵਾਲੇ ਐ ਟਿਕੇ ਹੋਏ ਮਨ ਵਾਲੇ ਜੀ, ਜਿਨ੍ਹਾਂ ਨੇ ਧਿਆਨ ਹੀ ਗੁਰੂ ਅਰਜਨ ਦੇਵ ਜੀ ਦਾ ਧਾਰਨਾ ਹੈ ਜੀ। ਆਪਣੇ ਗੁਰੂ ਦਾ ਧਿਆਨ ਧਾਰਨਾ ਚਾਹੀਦਾ। ਬਾਣੀ 'ਚ ਲਿਖਿਆ ਜੀ, ਬਾਣੀ 'ਚ ਲਿਖਿਆ ਜੇ ਗੁਰ ਕੀ ਮੂਰਤ ਮਨ ਮਹਿ ਧਿਆਨ, ਧਾਰਨਾ ਚਾਹੀਦਾ ਜੀ। ਹਾਂਜੀ। ਮਿਲ ਹੈ ਤਿਨਹੁ ਉਪਦੇਸ਼ਤ ਸਿੱਖੀ ਆਸਤੇ ਤਿੱਖੀ ਜੋ ਅਧਿਕਾਏ। ਬੜੀ ਤਿੱਖੀ ਸਿੱਖੀ ਹੈ ਨਾ ਜਿਹੜੀ, ਉਹ ਗੁਰੂ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦੀ, ਗੁਰੂ ਜੀ ਦਾ ਧਿਆਨ ਧਾਰਿਆ ਪ੍ਰਾਪਤ ਹੁੰਦੀ, ਗੁਰੂ ਜੀ ਦਾ ਉਪਦੇਸ਼ ਮੰਨਿਆ ਪ੍ਰਾਪਤ ਹੋ ਜਾਂਦੀ ਹੈ। ਹਾਂਜੀ। ਗੁਰ ਬਾਣੀ ਕਹੋ ਮਾਨੈ ਸੁਖ ਸੋ ਇਕ ਸਮ ਬ੍ਰਿਤੀ ਨਾ ਸ਼ੋਕ ਉਪਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਭਾਣਾ ਮੰਨਣ ਵਾਲੇ, ਇੱਕ ਰਸ ਬਿਰਤੀ ਰੱਖਣ ਵਾਲੇ, ਕਿਸੇ ਪ੍ਰਕਾਰ ਦਾ ਮਨ 'ਚ ਸ਼ੋਕ ਨਹੀਂ ਲੈ ਕੇ ਆਉਂਦੇ ਜੀ। ਸ਼ੋਕ ਕਿਹਨੂੰ ਕਹਿੰਦੇ ਜੀ? ਉਦਾਸੀ ਨੂੰ ਜੀ। ਹਾਂਜੀ। ਜਹ ਕਹਿ ਗੁਰ ਕੀ ਬਾਣੀ ਥਿਰਤੀ। ਜਿੱਥੇ ਕਿੱਥੇ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਬਾਣੀ ਦਾ ਪ੍ਰਚਾਰ ਹੋਇਆ ਜੀ। ਬਾਣੀ ਦਾ ਪ੍ਰਚਾਰ ਹੋਇਆ ਜੀ। ਬਾਣੀ ਵਿੱਚ ਬੜੀ ਵੱਡੀ ਤਾਕਤ ਹੈ ਜੀ। ਮੈਨੂੰ ਇੱਕ ਤਾਂਤਰਿਕ ਦੀ ਗੱਲ ਕਿਸੇ ਨੇ ਸੁਣਾਈ ਜੀ। ਕਹਿੰਦੇ ਉਹ ਤਾਂਤਰਿਕ ਕੋਲ ਕੋਈ ਬੰਦਾ ਗਿਆ ਜੀ, ਪੱਗ ਬੰਨੀ ਸੀ ਉਹਨੇ। ਉਹ ਕਹਿੰਦਾ ਤੂੰ ਮੇਰੇ ਕੋਲ ਕਿਉਂ ਆਇਆ? ਮੇਰੇ ਕੋਲ ਆਉਣ ਦੀ ਲੋੜ ਨਹੀਂ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜਿਹੜੀ ਬਾਣੀ ਹੈ ਨਾ, ਤੁਹਾਡੇ ਗੁਰੂ ਦੀ ਪਹਿਲੀ ਜਿਹੜੀ ਬਾਣੀ ਹੈ, ਉਹਦਾ ਪਾਠ ਕਰ ਲਓ, ਤੁਹਾਡੇ ਸਾਰੇ ਕੰਮ ਆਪੇ ਹੀ ਸੌਰ ਜਾਣੇ ਆ ਜੀ। ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈਗੀ ਜੀ। ਪਹਿਲੀ ਬਾਣੀ 'ਚ ਬੜੀ ਤਾਕਤ ਹੈ ਜੀ। ਤੇ ਪਹਿਲੀ ਬਾਣੀ ਕਿਹੜੀ ਹੈ? ਜਪਜੀ ਸਾਹਿਬ ਦਾ ਪਾਠ ਜੀ। ਜਿੱਥੇ ਕਿੱਥੇ ਨਹੀਂ ਮਹਾਰਾਜ ਜੀ ਦੀ ਬਾਣੀ ਦਾ ਉਸ ਸਮੇਂ ਬੜਾ ਵਿਸਥਾਰ ਹੋਇਆ ਜੀ। ਹਾਂਜੀ। ਸੁਥਰੀ ਕਰਹਿ ਕੰਠ ਹਰਖਾਏ। ਗੁਰਸਿੱਖ ਜਿਹੜੇ ਆ ਨਾ, ਉਹ ਬਾਣੀ ਨੂੰ ਸ਼ੁੱਧ ਪੜ੍ਹਨਾ ਸਿੱਖ ਕੇ ਤੇ ਕੰਠ ਕਰ ਰਹੇ ਨੇ ਜੀ। ਸੁਥਰੀ ਸ਼ੁੱਧ ਸਪਸ਼ਟ ਬਾਣੀ ਪੜ੍ਹਨੀ ਸਿੱਖਦੇ ਆ, ਫਿਰ ਉਹਨੂੰ ਯਾਦ ਕਰ ਲੈਂਦੇ ਆ। ਬੜੇ ਭਾਗਾਂ ਵਾਲੇ ਉਹ ਸਿੱਖ ਹੁੰਦੇ ਜੇ ਜਿਹੜੇ ਇਹ ਕਹਿੰਦੇ ਮੈਂ ਬਾਣੀ ਦਾ ਪਾਠ ਯਾਦ ਕਰਦਾ। ਥੋੜ੍ਹੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਨਾ ਜੀ ਆਪਣਾ ਨੇਮ ਦੱਸਿਆ ਜੀ। ਇੰਨੇ ਵਜੇ ਉੱਠਣਾ, ਇੰਨੇ ਵਜੇ ਰੋਟੀ ਪਾਣੀ, ਇੰਨੇ ਵਜੇ ਸਾਰਾ ਕੁਝ ਕਰਨਾ। ਕੋਈ ਗੁਰਮੁਖ ਭੈਣ ਜੀ ਸਨ ਜੀ, ਉਹਨਾਂ ਫਿਰ ਦੱਸਿਆ ਵੀ ਸਾਰੇ ਕੰਮ ਕਰਕੇ ਰਾਤ ਨੂੰ ਨਾ ਮੈਂ ਜਪਜੀ ਸਾਹਿਬ ਦੀ ਬਾਣੀ ਯਾਦ ਕਰ ਰਹੀ ਹਾਂ। ਕਹਿਣ ਲੱਗੇ ਬੰਦਾ ਭੁਲੇਖੇ ਵਿੱਚ ਹੈ ਜੀ ਵੀ ਇਹ ਕੰਮ ਔਖਾ ਹੈਗਾ। ਔਖਾ ਨਹੀਂ ਹੈਗਾ ਜੀ। ਪਿਆਰ ਤੇ ਚਾਅ ਦੀ ਲੋੜ ਹੈਗੀ ਹੈ। 60 ਸਾਲ ਉਮਰ ਭਾਈ ਨਰਿੰਦਰ ਸਿੰਘ ਦੀ ਗੁਮਟਾਲੇ ਰਹਿੰਦੇ ਨੇ ਜੀ। 60 ਸਾਲਾਂ ਵਿੱਚ ਜਾ ਕੇ ਜਪਜੀ ਸਾਹਿਬ ਦੇ ਪਾਠ ਦੀ ਸੰਥਿਆ ਕੀਤੀ ਜੀ ਉਹਨਾਂ ਨੇ ਜੀ। ਜ਼ਿੰਦਗੀ ਦੇ 60 ਸਾਲ ਲੰਘ ਗਏ ਜੀ। ਸੰਥਿਆ ਕੀਤੀ ਜੀ, ਤੇ ਨਿਰੀ ਸੰਥਿਆ ਹੀ ਨਹੀਂ ਕੀਤੀ, ਜਿੰਨੇ ਪਾਠ ਦੀ ਰੋਜ਼ ਸੰਥਿਆ ਕਰਨੀ ਉਹ ਜ਼ੁਬਾਨੀ ਯਾਦ ਕਰ ਲੈਣੇ ਜੀ। ਮੈਂ ਉਹਨਾਂ ਦਾ ਪਾਠ ਸੁਣਿਆ, ਮੈਂ ਬੜਾ ਖੁਸ਼ ਹੋਇਆ ਜੀ। ਪਾਠ ਉਹ ਇੰਝ ਕਰਨ ਵੀ ਜਿਵੇਂ ਗੱਲਾਂ ਹੀ ਕਰ ਰਹੇ ਜੀ ਮਹਾਰਾਜ ਨਾਲ। ਸੋਚ ਨਾ ਹੋ ਬਈ, ਬੜਾ ਕਰੋੜ ਕੇ। ਤੇ ਬਹੁਤੇ ਲੋਕ ਸੋਚੇ ਸੋਚ ਨਾ ਹੋ ਬਈ ਕਹਿੰਦੇ ਆ ਜੀ। ਨਹੀਂ ਜਾਤ ਜੀ, ਕੀ ਕਰਨ ਜੀ? ਵੱਸ ਦੀ ਗੱਲ ਨਹੀਂ ਹੈਗੀ। ਪਿਆਰ ਵਾਲੇ ਸ਼ੁੱਧ ਬਾਣੀ ਕੰਠ ਕਰਦੇ ਆ, ਸ਼ੁੱਧ ਬਾਣੀ ਜੀ। ਹਾਂਜੀ। ਪਾਤਕ ਦਾਦਰ ਗਨ ਕੋ ਆਹਨੀ ਦਾਹਨੀ ਬਿਗਨ ਬਿਪਨ ਸਮੁਦਾਏ। ਗੱਜ ਕੇ ਆਖੋ ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਸੰਗ ਦੱਸਦੇ ਆ। ਨਿੱਕੇ ਨਿੱਕੇ ਡੱਡੂ ਹੋਣ ਤੇ ਸੱਪਣੀਆਂ ਖਾ ਜਾਂਦੀਆਂ ਜੀ ਉਹ ਡੱਡੂ। ਕਹਿੰਦੇ ਬੰਦੇ ਦੇ ਪਾਪ ਡੱਡੂਆਂ ਵਰਗੇ ਆ, ਬਾਣੀ ਅੱਗੇ ਨਹੀਂ ਟਿਕ ਸਕਦੇ। ਹਾਂਜੀ। ਮ੍ਰਿਗਨ ਬੇਕਾਰ ਬ੍ਰਿੰਦ ਕੋ ਸ਼ੇਰਨ
ਪ੍ਰੇਰਨ ਮਨ ਕੀ ਪ੍ਰਭ ਦਿਸ ਧਾਏ। ਗੱਜ ਕੇ ਆਖੋ, ਸਾਰੇ ਵਿਘਨਾਂ ਨੂੰ ਸਾੜਨ ਵਾਲੀ ਬਾਣੀ ਜੀ, ਸਾਰੇ ਵਿਘਨਾਂ ਨੂੰ ਸਾੜਨ ਵਾਲੀ, ਇੱਥੋਂ ਤੱਕ ਮਨ ਦੇ ਵਿਕਾਰਾਂ ਨੂੰ ਵੀ ਸਾੜਨ ਵਾਲੀ ਹੈ ਬਾਣੀ ਜੀ। ਕੋਈ ਪੜ੍ਹੇ ਤੇ ਸਹੀ ਪ੍ਰੇਮ ਨਾਲ। ਹਾਂਜੀ। ਬ੍ਰਹਮ ਗਿਆਨ ਕੀ ਸੁਗਮ ਸੋ ਜਨਨੀ, ਹਨਨੀ ਮੋਹ ਜਨਨ ਸਮੁਦਾਏ। ਸੱਚੇ ਪਾਤਸ਼ਾਹ ਮਹਾਰਾਜ ਸੰਗਤ ਨੂੰ ਉਪਦੇਸ਼ ਦਿੰਦੇ, ਭਾਈ ਜਿਹੜੀ ਬਾਣੀ ਹੈ ਨਾ, ਇਹ ਬ੍ਰਹਮ ਗਿਆਨ ਦੀ ਜਨਨੀ ਹੈ, ਬ੍ਰਹਮ ਗਿਆਨ ਦੀ ਮਾਂ ਹੈ ਬਾਣੀ। ਇੱਥੋਂ ਬ੍ਰਹਮ ਗਿਆਨ ਪੈਦਾ ਹੋਏਗਾ। ਜਿਹੜਾ ਬਾਣੀ ਪ੍ਰੇਮ ਨਾਲ ਪੜ੍ਹੇਗਾ, ਜੀਵਨ ਸੁਖਦਾਈ ਹੋ ਜਾਏਗਾ, ਮੋਹ ਦੂਰ ਹੋ ਜਾਏਗਾ। ਹਾਂਜੀ। ਪਾਠਕ ਪੁੰਜ ਮਨੋਰਥ ਪੁਰਨੀ, ਫੁਰਨੀ ਅਨੁਭਵ ਕੀ ਔਰ ਮਾਹੇ। ਗੱਜ ਕੇ ਆਖੋ, ਐਦਾਂ ਥੋੜੀ ਗੱਜ ਕੇ ਵਾਹਿਗੁਰੂ। ਫਿਰ ਅਗਲੀ ਗੱਲ, ਪਾਠਕ ਕਹਿੰਦੇ ਜਿਹੜਾ ਪਾਠ ਕਰਦਾ ਜੀ ਬਾਣੀ ਦਾ, ਇੱਕ ਤੇ ਪਾਠੀ ਹੁੰਦੇ ਆ ਨਾ ਜੀ, ਨਹੀਂ ਹਰ ਸਿੱਖ ਪਾਠੀ ਹੈ ਜੀ ਜਿਹੜਾ ਪਾਠ ਕਰਦਾ ਬਾਣੀ ਦਾ ਜੀ। ਪਾਠਕ ਦਾ ਮਨੋਰਥ ਪੂਰਾ ਕਰਨ ਵਾਲੀ ਹੈ ਬਾਣੀ ਦੀ, ਇੱਛਾ ਪੂਰੀ ਕਰਨ ਵਾਲੀ ਹੈ ਜੀ, ਕੋਈ ਸ਼ੱਕ ਨਹੀਂ। ਇੱਛਾ ਰੱਖ ਕੇ ਬਾਣੀ ਪੜ੍ਹ ਲਓ, ਤੁਹਾਨੂੰ ਰਿਜ਼ਲਟ ਵਿਖ ਜਾਏਗਾ ਜੀ। ਇੱਛਾ ਰੱਖ ਕੇ ਜੀ। ਕਿਸੇ ਬੰਦੇ ਦੇ ਦੁਸ਼ਮਣ ਸੀਗੇ ਜੀ 4-5 ਜੀ, ਉਹ ਬੜਾ ਪਰੇਸ਼ਾਨ ਸੀਗਾ ਜੀ। ਉਹ ਕਿਸੇ ਗੁਰਮੁਖ ਕੋ ਗਿਆ, ਗੁਰਮੁਖ ਕਹਿਣ ਲੱਗੇ ਵੀ 1.25 ਲੱਖ ਮੂਲ ਮੰਤਰ ਦਾ ਪਾਠ ਕਰ ਲਾ, 1.25 ਲੱਖ ਮੂਲ ਮੰਤਰ ਦਾ ਪਾਠ ਕਰ ਲਾ। ਇੱਕ ਬਹਾਨਾ ਹੀ ਹੁੰਦਾ ਇਸ ਪਾਸੇ ਲਾਉਣ ਦਾ ਬੰਦੇ ਨੂੰ। ਉਹਨੇ ਇਮਾਨਦਾਰੀ ਨਾਲ ਪਾਠ ਕਰਨਾ ਸ਼ੁਰੂ ਕੀਤਾ ਜੀ। 35ਵੇਂ ਦਿਨ ਦੁਸ਼ਮਣ ਜਿਹੜੇ ਆ ਨਾ, ਉਹਦੇ ਪੈਰਾਂ 'ਚ ਆ ਕੇ ਪੈ ਗਏ ਜੀ। ਪਰ ਕੰਮ ਔਖਾ ਹੈਗਾ ਜੀ, ਇਹ ਕੰਮ ਹੁੰਦਾ ਨਹੀਂ ਸਾਡੇ ਕੋਲੋਂ ਜੀ। 35ਵੇਂ ਦਿਨ ਆਪੇ ਹੀ ਆ ਕੇ ਪੈਰਾਂ 'ਚ ਪੈ ਗਏ। ਕਿਉਂ? ਉਹਨੇ ਕੁਛ ਨਹੀਂ ਕੀਤਾ, ਉਹਨੇ ਬਾਣੀ ਪੜ੍ਹੀ ਜੀ। ਪਾਠਕ ਪੁੰਜ ਮਨੋਰਥ ਪੁਰਨੀ, ਪਾਠਕ ਦੇ ਮਨੋਰਥ ਨੂੰ ਪੂਰਾ ਕਰਨ ਵਾਲੀ, ਮਨੋਰਥ ਇੱਛਾ, ਜਿਹੜੀ ਇੱਛਾ ਰੱਖ ਕੇ ਪੜੋਗੇ ਉਹਨੂੰ ਪੂਰਾ ਕਰਨ ਵਾਲੀ ਹੈ ਬਾਣੀ। ਫੁਰਨੀ ਅਨੁਭਵ ਕੀ ਔਰ ਮਾਹੇ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਹਿਰਦੇ ਵਿੱਚ ਅਨੁਭਵ ਨੂੰ ਫਰਾਉਣ ਵਾਲੀ, ਭਾਵ ਅਨੁਭਵ ਪੈਦਾ ਕਰਦੀ ਹੈ, ਅੰਦਰੋਂ ਗਿਆਨ ਪੈਦਾ ਕਰਦੀ ਬਾਣੀ ਜੀ, ਅੰਦਰੋਂ ਗਿਆਨ ਪੈਦਾ ਕਰਦੀ ਜੀ। ਇੱਕ ਬੰਦਾ ਜੀ, ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰਦੇ ਹੁੰਦੇ ਸੀਗੇ। ਬ੍ਰਾਹਮਣ ਆਇਆ ਜੀ, ਉਹਦਾ ਨਾਮ ਵੀ ਆਉਂਦਾ ਇਤਿਹਾਸ 'ਚ, ਮਹਾਂਪੁਰਖਾਂ ਦੇ ਇਤਿਹਾਸ 'ਚ। ਬੜਾ ਵੱਡਾ ਵਿਦਵਾਨ, ਕਾਸ਼ੀ ਤੋਂ ਪੜ੍ਹਿਆ ਤੇ ਬੜੇ ਵਿਦਵਾਨਾਂ ਦੀ ਸਭਾ ਜਿੱਤੀ ਸੀ ਉਹਨੇ ਜੀ। ਉਹ ਸਭਾ ਜਿੱਤ ਸੀਗਾ ਜੀ। 500 ਰੁਪਈਆ ਉਸ ਸਭਾ 'ਚੋਂ ਲੈਂਦਾ ਸੀ, ਜਿਸ ਸਭਾ ਨੂੰ ਉਹ ਜਿੱਤਦਾ ਸੀਗਾ ਜੀ। ਮਹਾਂਪੁਰਖਾਂ ਦੀ ਉਹਨੇ ਕਥਾ ਸੁਣੀ ਜੀ। ਇੱਕ ਓਅੰਕਾਰ ਦੀ ਮਹਾਂਪੁਰਖ ਕਥਾ ਕਰ ਰਹੇ ਸੀਗੇ। ਉਹ ਕਹਿੰਦਾ ਵੀ ਜਿਹੜੀਆਂ ਗੱਲਾਂ ਇਹਨਾਂ ਨੇ ਬੋਲੀਆਂ ਨੇ ਨਾ, ਉਹ ਕਿਸੇ ਗ੍ਰੰਥ 'ਚ ਨਹੀਂ ਹੈਗੀਆਂ, ਏਡੇ ਕਮਾਲ ਦੀਆਂ ਗੱਲਾਂ ਜੀ। ਤੇ ਲਾਗੇ ਸੰਤ ਉਜਾਗਰ ਸਿੰਘ, ਉਹਨਾਂ ਨੂੰ ਪੁੱਛਿਆ, ਉਹਨਾਂ ਦੱਸਿਆ ਇਹ ਗ੍ਰੰਥਾਂ 'ਚੋਂ ਨਹੀਂ, ਇਹ ਬਾਣੀ ਪੜ੍ਹ ਪੜ੍ਹ ਕੇ ਅੰਦਰੋਂ ਹੀ ਆਈ ਹੈ ਕਥਾ। ਕਹਿਣ ਲੱਗੇ ਅੰਦਰੋਂ ਹੀ ਆਈ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਤਤ ਬੁੱਧੀ ਹੋ ਜਾਂਦੀ। ਪ੍ਰਭ ਕੈ ਸਿਮਰਨ ਸਭ ਕੁਛ ਸੁਝੈ। ਸੋ ਬਾਣੀ ਜਿਹੜੀ ਹੈ ਉਹ ਸਾਧ ਸੰਗਤ ਦੀ ਅੰਦਰ ਅਨੁਭਵ ਪੈਦਾ ਕਰਨ ਵਾਲੀ ਹੈ। ਹਾਂਜੀ। ਕੂਰ ਬਿਸ਼ੀਅਨ ਕੀ ਅਹੈ ਬੈਰਾਗਨ, ਰਾਗਨ ਸਤਨਾਮ ਕੀ ਆਹੇ। ਜਿਹੜਾ ਬੰਦਾ ਬਾਣੀ ਪੜ੍ਹਨ ਲੱਗ ਪਵੇ ਨਾ, ਮਨੋਂ ਤੇ ਪ੍ਰੇਮ ਨਾਲ ਦੀ, ਉੱਤੋਂ ਉੱਤੋਂ ਨਹੀਂ ਜੀ, ਉੱਤੋਂ ਉੱਤੋਂ ਸਾਰੇ ਹੀ ਪੜ੍ਹਦੇ ਐ, ਮਨੋਂ ਪ੍ਰੇਮ ਨਾਲ। ਜਿਹੜਾ ਬੰਦਾ ਪੜ੍ਹਦਾ ਹੈ ਨਾ ਜੀ, ਉਹਦੇ ਹੌਲੀ ਹੌਲੀ ਮਨ ਦੇ ਮਾੜੇ ਫੁਰਨੇ ਜਿਹੜੇ ਉਹ ਖਤਮ ਹੋਣ ਲੱਗ ਪੈਂਦੇ ਜੀ, ਵਿਕਾਰ ਜੀ। ਕਿਸੇ ਇਸਤਰੀ ਨੂੰ ਵੇਖਣਾ, ਕਿਸੇ ਪੁਰਸ਼ ਨੂੰ ਵੇਖਣਾ ਤੇ ਮਨ 'ਚ ਮਾੜਾ ਫੁਰਨਾ ਆ ਜਾਣਾ ਜੀ। ਪਰ ਜੇ ਬੰਦਾ ਬਾਣੀ ਦਾ ਅਭਿਆਸ ਕਰਨ ਲੱਗ ਪਵੇ ਨਾ ਜੀ, ਉਹ ਸਭ ਫੁਰਨੇ ਸ਼ੁੱਧ ਹੋਣ ਲੱਗ ਪੈਂਦੇ ਬੰਦੇ ਤੇ ਜੀ। ਕੂਰ ਵਿਸ਼ਿਅਨ ਕੀ ਅਹੈ ਬਿਗਾਰਨ,
ਝੂਠੇ ਗੰਦੇ ਮਾੜੇ ਜਿਹੜੇ ਫੁਰਨੇ ਨਾ ਵਿਸ਼ੇ ਵਿਕਾਰਾਂ ਵਾਲੇ ਬਾਣੀ ਪੜ੍ਹਨ ਵਾਲੇ ਦੇ, ਉਹ ਸੁਧਰਨ ਲੱਗ ਪੈਂਦੇ ਆ ਜੀ, ਸੁਧਰਨ ਲੱਗ ਪੈਂਦੇ ਆ। ਉਹ ਮੈਂ ਤੁਹਾਨੂੰ ਰੱਬ ਦੇ ਨਾਮ ਦੀ ਅੱਗੇ ਵੀ ਇੱਕ ਦਿਨ ਸਾਖੀ ਸੁਣਾਈ, ਹੁਣ ਨਹੀਂ ਸੁਣਾਉਣੀ, ਸਮਾਂ ਨਹੀਂ ਹੈਗਾ, ਹਿੰਟ ਦੇ ਦੇਣਾ ਜੀ। ਉਹ ਬਾਬਾ ਕਰਮ ਸਿੰਘ ਜੀ ਕੋਲ ਜਿਹੜਾ ਪਠਾਨ ਆਇਆ ਸੀ, ਗੁੰਡਾ ਖੂੰਖਾਰ, ਉਹ ਇੱਕ ਇਸਤਰੀ ਤੇ ਮਨ ਆ ਗਿਆ ਸੀ ਉਹਦਾ। ਕਹਿੰਦਾ ਸੀ ਮਹਾਂਪੁਰਖੋ ਉਹ ਚਾਹੀਦੀ, ਜੇ ਨਾ ਮਿਲੀ ਤੇ ਮਰ ਜਾਗਾ। ਉਹ ਕਹਿੰਦੇ ਅੰਮ੍ਰਿਤ ਵੇਲੇ 3 ਵਜੇ ਬਹਿ ਜੀ, ਅੱਲਾਹੂ ਅੱਲਾਹੂ ਜਪਿਆ ਕਰ, ਫਿਰ ਗੱਲ ਕਰੀ। 40 ਦਿਨ ਜਪ ਕਹਿਣ ਲੱਗੇ। ਹਾਂਜੀ, ਤੇ ਉਹ ਕਮਾਲ ਹੋ ਗਈ ਜੀ। 11ਵੇਂ ਦਿਨ ਮਹਾਂਪੁਰਖਾਂ ਕੋ ਆ ਕੇ ਚਰਨੀ ਪੈ ਗਿਆ ਜੀ। ਉਹ ਕਹਿੰਦਾ ਵੇਖੋ ਕੀ ਮੈਂ ਇੱਕ ਮਿੱਟੀ ਦੀ ਪੁਤਲੀ ਬਾਰੇ ਰੱਬ ਦਾ ਨਾਮ ਜਪਨਿਆ ਹਾਂ ਤੇ ਰੱਬ ਫਿਰ ਵੀ ਬੜਾ ਸਤਿਕਾਰ ਕਰਾ ਰਿਹਾ। ਬਾਣੀ ਅੰਦਰ ਦੇ ਫੁਰਨੇ ਸ਼ੁੱਧ ਕਰ ਦਿੰਦੀ, ਪਰ ਜੇ ਕੋਈ ਪੜੇ ਪ੍ਰੇਮ ਨਾਲ, ਆਖੋ ਵਾਹਿਗੁਰੂ, ਰੱਬ ਦੇ ਨਾਮ ਨਾਲ ਪਿਆਰ ਪਾਉਂਦੀ ਹੈ ਬਾਣੀ ਦੀ। ਹਾਂਜੀ, ਪ੍ਰੇਮਾ ਭਗਤ ਉਹ ਪਾਵਨ ਹਾਰੀ। ਫਿਰ ਬਾਣੀ ਜਿਹੜੀ ਹੈ ਉਹ ਪ੍ਰੇਮਾ ਭਗਤੀ ਨੂੰ ਪੈਦਾ ਕਰਨ ਵਾਲੀ ਹੈ। ਅੰਦਰ ਪ੍ਰੇਮ ਪੈਦਾ ਹੁੰਦਾ ਬਾਣੀ ਪੜ੍ਹ ਕੇ ਜੀ। ਹੁਣ ਜਿਹੜਾ ਪੜ੍ਹੇਗਾ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਦੇ ਅੰਦਰ ਪ੍ਰੇਮ ਤੇ ਪੈਦਾ ਹੋਏਗਾ ਹੀ ਜੀ। ਹਾਂਜੀ, ਹਾਰੀ ਨਿੰਦਕ ਬ੍ਰਿੰਦਨ ਦਾਹੇ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ। ਸਾਰੇ ਨਿੰਦਕਾਂ ਦਾ ਨਾਸ਼ ਕਰਨ ਵਾਲੀ ਬਾਣੀ ਹੈਗੀ ਹੈ ਜੀ। ਹਾਂਜੀ, ਪਠ ਗੁਰ ਸਿੱਖ ਕ੍ਰਿਤਾਰਥ ਹੋਵਤ। ਗੁਰ ਸਿੱਖ ਪੜ੍ਹ ਕੇ ਬਾਣੀ ਨੂੰ ਕਿਰਤਾਰਥ ਹੁੰਦਾ ਹੈ ਜੀ। ਹਾਂਜੀ, ਜੋਵਤ ਆਪਨ ਰੂਪ ਸੁਖ ਪਾਹੇ। ਤੇ ਅਖੀਰ ਬਹੁਤ ਅਭਿਆਸ ਜਿਹੜਾ ਕਰਦਾ, ਬਹੁਤ ਜਿਹੜਾ ਅਭਿਆਸ ਕਰਦਾ ਹੈ, ਉਹ ਬਾਣੀ ਦਾ ਅਭਿਆਸ ਕਰਦੇ ਕਰਦੇ ਰੂਪ ਹੀ ਬਾਣੀ ਦਾ ਬਣ ਜਾਂਦਾ ਜੀ। ਕਿੰਨਾ ਅਭਿਆਸ ਕਰਦਾ ਜੀ। ਕਿਸੇ ਸਿੱਖ ਦਾ ਜੀਵਨ ਪੜ੍ਹਨਾ ਪੈਣਾ ਜੀ। ਕਿੰਨਾ ਅਭਿਆਸ ਕਰਦਾ ਜੀ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ 5 ਵਾਰੀ 5 ਬਾਣੀਆਂ ਦਾ ਨਿਤਨੇਮ ਕਰਨਾ ਜੀ। 15 ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਤੇ 25 ਪਾਠ ਜਪਜੀ ਸਾਹਿਬ ਜੀ ਦੇ ਕਰਨੇ ਜੀ। ਹਰ ਰੋਜ਼ ਦਾ ਇੰਨਾ ਨਿਤਨੇਮ ਤੇ ਆਪਣੇ ਨਿਜ ਸਰੂਪ ਨੂੰ ਜਾਣ ਕੇ ਰੱਬ ਦਾ ਰੂਪ ਬਣ ਗਏ ਜੀ ਉਹ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਮੈਂ ਸੱਚ ਦੱਸਦਾ ਜੀ, ਇੱਕ ਵਾਰੀ ਬੰਦਾ 5 ਬਾਣੀਆਂ ਦਾ ਪਾਠ ਕਰ ਲੇ ਤਾਂ ਤੌਬਾ ਹੋਈ ਹੁੰਦੀ ਹੈ ਜੀ। ਹਾਂਜੀ, ਫਿਰ ਤੇ ਕਹਿੰਦਾ ਮੇਰੇ ਲਾਗੇ ਨਾ ਕੋਈ ਆਓ, ਬੜਾ ਜਿਵੇਂ ਪਹਾੜ ਨਹੀਂ ਤੋੜ ਕੇ ਆਇਆ ਹੁੰਦਾ ਬੰਦਾ ਜੀ, ਇੰਜ ਕਰਦਾ ਜੀ ਹੁਣ ਨਾ ਕੋਈ ਲਾਗੇ ਆਵੇ ਮੇਰੇ। ਕਹਿੰਦੇ ਬਾਣੀ ਆਪਣੇ ਰੂਪ 'ਚ ਬੰਦੇ ਨੂੰ ਟਿਕਾ ਦਿੰਦੀ, ਸੁਖੀ ਕਰ ਦਿੰਦੀ ਬਾਣੀ। ਹਾਂਜੀ, ਜਿਸ ਹਿਤ ਜਗ ਅਵਤਰੇ ਪ੍ਰਭੂ ਜੀ, ਸਭ ਜੀਵਨ ਕੀ ਚਾਹੈ ਕਲਿਆਣ। ਉਸ ਬਾਣੀ ਦਾ ਮੁੱਖ ਰੂਪ ਵਿੱਚ ਜਿਹੜਾ ਪ੍ਰਚਾਰ ਹੈ, ਗੁਰੂ ਅਰਜਨ ਦੇਵ ਜੀ ਨੇ ਬੜੇ ਵੱਡੇ ਪੱਧਰ ਤੇ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਵਾ ਕੇ ਜੀ। ਜਿਸ ਵਾਸਤੇ ਪ੍ਰਭੂ ਜੀ ਨੇ ਜੱਗ 'ਚ ਅਵਤਾਰ ਲਿਆ, ਗੁਰੂ ਅਰਜਨ ਸਾਹਿਬ ਜੀ ਨੇ ਉਹ ਕਾਰਜ ਮਹਾਰਾਜ ਵਿਚਰ ਵਿਚਰ ਕੇ ਕਰਦੇ ਆ। ਹਾਂਜੀ, ਹੋਤ ਨਿਤਾ ਪ੍ਰਤ ਕਾਰਜ ਐਸੇ, ਜੈਸੇ ਵਧਤ ਭਗਤ ਅਰ ਗਿਆਨ। ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ। ਮਹਾਰਾਜ ਗੁਰੂ ਅਰਜਨ ਦੇਵ ਜੀ ਉਹ ਕੰਮ ਕਰਦੇ ਆ ਹਰ ਰੋਜ਼, ਜਿਹਨੂੰ ਕਰਨ ਦੇ ਨਾਲ ਅੰਦਰ ਭਗਤੀ ਵੀ ਵਧੇ ਤੇ ਗਿਆਨ ਵੀ ਵਧੇ ਜੀ। ਫਿਰ ਸੁਣ ਦਿਓ, ਉਹ ਕਾਰਜ ਕਰਦੇ ਆ ਜਿਹਨੂੰ ਕਰਨ ਨਾਲ ਭਗਤੀ ਵੀ ਵਧੇ ਤੇ ਗਿਆਨ 'ਚ ਵੀ ਵਾਧਾ ਹੋਵੇ ਜੀ। ਤੇ ਆਪਾਂ ਵੇਖ ਲਈਏ ਵੀ ਆਪਾਂ ਉਹ ਕੰਮ ਕਰਦੇ ਹਾਂ ਜੀ। ਕੁਝ ਸਮਾਂ ਕਥਾ ਸੁਣ ਲਈ, ਕਰ ਲਈ, ਉਸ ਤੋਂ ਬਾਅਦ ਸਾਰੀ ਦਿਹਾੜੀ ਲੱਗੇ ਰਹਿਣਾ ਚਾਹੀਦਾ ਸੰਗਤ ਜੀ। ਅਰਦਾਸ ਕਰੋ ਮਹਾਰਾਜ ਲੱਗੇ ਹੀ ਰਿਹਾ ਕਰੀਏ, ਸੱਚੇ ਪਾਤਸ਼ਾਹ ਉਹ ਕੰਮ ਕਰੀਏ ਸਾਡਾ ਹੋਰ ਬਾਣੀ ਪੜ੍ਹਨ ਨੂੰ ਜੀ ਕਰੇ। ਹਾਂਜੀ, ਪੁਰਬਨ ਬਿਖੈ ਆਏ ਗਨ ਸੰਗਤ, ਮੰਗਤ ਸਤਨਾਮ ਦੇ ਦਾਨ। ਗੁਰਪੁਰਬਾਂ ਤੇ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੀ ਹਜ਼ੂਰੀ ਵਿੱਚ, ਮਹਾਰਾਜ ਕਿਰਪਾ ਕਰਦੇ ਨਾਮ ਦੀਆਂ ਦਾਤਾਂ ਦਿੰਦੇ ਜੀ ਉਦਣ ਜੀ। ਹਾਂਜੀ,
ਆਏ ਉਪਾਇਨ ਅਰਪਹਿ ਪਗ ਪਰ। ਬੜੀਆਂ ਸੰਗਤਾਂ ਆ ਕੇ ਬੜੀਆਂ ਬੜੀਆਂ ਭੇਟਾਵਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਰੱਖਦੀਆਂ ਜੀ। ਪਰ ਹੈ ਸ਼ਰਨ ਕਰ ਸੰਕਟ ਹਾਨ। ਸ਼ਰਨੀ ਪੈਂਦੀਆਂ ਮਹਾਰਾਜ ਜੀ ਦੀਆਂ ਤੇ ਸਭ ਸੰਕਟ ਦੂਰ ਹੋ ਜਾਂਦੇ ਜੀ। ਹਾਂਜੀ। ਇੱਕ ਦਿਨ ਸ਼੍ਰੀ ਅਰਜਨ ਗੁਰ ਬੈਠੇ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਮੰਦਰ ਮਹਿ ਸ਼ੁਭਤ ਬਿਸਾਲ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਬੈਠੇ ਹੋਏ ਨੇ ਜੀ। ਹਾਂਜੀ। ਮਹਾਦੇਵ ਤਬ ਤਿਆਗ ਸਦਨ ਕੋ। ਬਾਬਾ ਮਹਾਦੇਵ ਜੀ ਆਪਣਾ ਘਰ ਛੱਡ ਕੇ ਹਾਂਜੀ ਕਰ ਇਸ਼ਨਾਨ ਸ਼੍ਰੀ ਅੰਮ੍ਰਿਤ ਤਾਲ। ਘਰੋਂ ਆਏ ਤੇ ਅੰਮ੍ਰਿਤ ਸਰੋਵਰ 'ਚ ਬਾਬਾ ਮਹਾਦੇਵ ਜੀ ਨੇ ਇਸ਼ਨਾਨ ਕੀਤਾ। ਕੌਣ ਨੇ ਬਾਬਾ ਮਹਾਦੇਵ ਜੀ? ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ ਸਕੇ ਜੀ। ਬਾਬੇ ਪ੍ਰਿਥੀਏ ਤੋਂ ਛੋਟੇ, ਗੁਰੂ ਅਰਜਨ ਸਾਹਿਬ ਜੀ ਤੋਂ ਵੱਡੇ ਜੀ। ਬਾਬਾ ਜੀ ਹੁਣ ਇਹ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ ਬਾਬਾ ਮਹਾਦੇਵ ਜੀ, ਸੋਢੀ ਸੁਲਤਾਨ ਸ਼ਾਹੇ ਸ਼ਹਿਨਸ਼ਾਹ ਪਾਤਸ਼ਾਹ। ਬਾਬਾ ਮਹਾਦੇਵ ਜੀ ਨੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ। ਗਇਓ ਅਨੁਜ ਕੇ ਨਿਕਟ ਦੇਖ ਤਬ ਲਿਓ ਉਠਾਏ ਮਨ ਕੇ ਮਾਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ, ਆਪਣੇ ਛੋਟੇ ਭਰਾ ਕੋਲ ਗਏ ਜੀ। ਤੇ ਬਾਣੀ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਮਹਾਰਾਜ ਸੰਗਤ ਵਿੱਚ ਹੀ ਬਹਿੰਦੇ ਦਰਬਾਰ ਸਾਹਿਬ। ਜਦੋਂ ਮਹਾਰਾਜ ਨੇ ਵੇਖਿਆ ਸਾਡੇ ਵੱਡੇ ਭਰਾ ਆਏ ਨੇ ਤੇ ਹੈ ਤੇ ਮਹਾਰਾਜ ਗੁਰੂ, ਪਰ ਸਤਿਕਾਰ ਪਤਾ ਕਿਵੇਂ ਕੀਤਾ? ਥੋੜਾ ਜਿਹਾ ਪਰਾਂ ਹੋ ਕੇ, ਸੰਗਤ ਬਹੁਤ ਬੈਠੀ ਸੀ, ਇਸ ਤਰ੍ਹਾਂ ਗੋਡਾ ਚੁੱਕ ਕੇ ਨਾ ਆਪਣੇ ਲਾਗੇ ਮਹਾਰਾਜ ਨੇ ਬਿਠਾ ਲਿਆ ਬਾਬਾ ਮਹਾਦੇਵ ਜੀ ਨੂੰ ਜੀ। ਸੰਗਤ ਬਹੁਤ ਸੀਗੀ ਤੇ ਜਗ੍ਹਾ ਨਹੀਂ ਸੀ ਹੈਗੀ ਬਹਿਣ ਦੀ ਜੀ। ਗੋਡਾ ਚੁੱਕ ਕੇ ਬਿਠਾਇਆ ਬਾਬਾ ਮਹਾਦੇਵ ਜੀ ਨੂੰ, ਆਪਣੇ ਲਾਗੇ ਬਿਠਾਇਆ ਜੀ। ਹਾਂਜੀ। ਸ਼ਬਦ ਰਬਾਬੀ ਸੁੰਦਰ ਗਾਵਤ। ਉਧਰ ਰਬਾਬੀ ਸਿੱਖ ਬਹੁਤ ਸੋਹਣਾ ਕੀਰਤਨ ਕਰ ਰਹੇ ਨੇ ਜੀ। ਸੁਨਤ ਰਹਿਓ ਕਰ ਪ੍ਰੇਮ ਬਿਸਾਲ। ਮਹਾਰਾਜ ਤੇ ਗੁਰੂ ਜੀ ਦੀਆਂ ਸੰਗਤਾਂ ਬੜੇ ਪ੍ਰੇਮ ਨਾਲ ਕੀਰਤਨ ਸੁਣ ਰਹੀਆਂ ਨੇ ਜੀ। ਹਾਂਜੀ। ਚੌਂਕੀ ਕੋ ਜਬ ਭੋਗ ਪਰਿਓ ਤਹਿ। ਤੇ ਸਾਧ ਸੰਗਤ ਜੀ ਉਹ ਕੀਰਤਨ ਦੀ ਸੰਪੂਰਨਤਾ ਹੀ ਹੋਈ ਜੀ। ਹਾਂਜੀ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪਣੇ ਮੁਖੋਂ ਬਚਨ ਕਰਦੇ ਆ। ਹਾਂਜੀ। ਬੜੀ ਕਿਰਪਾ ਕਰ ਤੁਮ ਚੱਲ ਆਏ। ਵੇਖ ਲੋ, ਕੀਰਤਨ 'ਚ ਨਹੀਂ ਗੱਲ ਕੀਤੀ ਮਹਾਰਾਜ ਨੇ, ਗੋਡਾ ਚੁੱਕ ਕੇ ਲਾਗੇ ਬਿਠਾ ਲਿਆ ਜੀ। ਕੀਰਤਨ ਸੰਪੂਰਨ ਹੋਇਆ। ਮਹਾਰਾਜ ਆਪਣੇ ਵੱਡੇ ਭਰਾ ਨੂੰ ਕਹਿਣ ਲੱਗੇ ਬੜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਚੱਲ ਕੇ ਆਏ ਹੋ। ਹਾਂਜੀ। ਆਇਸ ਦੇਹੋ ਉਚਿਤ ਚਿਤ ਚੀਨ। ਹੁਕਮ ਕਰੋ। ਕਹਿਣ ਲੱਗੇ ਕੀ ਹੁਕਮ ਹੈ? ਆਗਿਆ ਦੇਵੋ। ਹਮ ਰਾਵਰ ਕੇ ਨਿਤ ਅਨੁਸਾਰੀ। ਅਸੀਂ ਕਹਿੰਦੇ ਤੁਹਾਡੇ ਅਨੁਸਾਰ ਆ, ਤੁਸੀਂ ਸਾਡੇ ਵੱਡੇ ਭਰਾ ਹੋ, ਜੋ ਕਹੋਗੇ ਮੰਨਾਂਗੇ। ਆਹੋ ਸ਼ਾਂਤ ਮਤ ਗੁਰ ਜਸ ਭੀਨ। ਗੱਜ ਕੇ ਆਖੋ। ਤੁਸੀਂ ਕਹਿੰਦੇ ਗੁਰੂ ਰਾਮਦਾਸ ਜੀ ਦੇ ਪੁੱਤਰ ਵੀ ਹੋ। ਕਹਿਣ ਲੱਗੇ ਸਦਾ ਸ਼ਾਂਤ ਰਹਿੰਦੇ ਹੋ, ਪ੍ਰੇਮ ਨਾਲ ਰਹਿੰਦੇ ਹੋ। ਛੋਟੀ ਗੱਲ ਜੀ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਣਾ ਜੀ। ਹਾਂਜੀ। ਭਲੀ ਬਾਰਤਾ ਨਿਤ ਸਮਝਾਵਤ। ਮਹਾਰਾਜ ਨੇ ਬੜੇ ਭਲੇ ਬੋਲ ਬੋਲੇ ਜੀ, ਮਿੱਠੇ ਬੋਲ ਬੋਲੇ ਜੀ। ਗਿਆਨ ਉਦਿਤ ਮਹਿ ਸਦ ਮਨ ਮੀਨ। ਤੁਹਾਡਾ ਮਨ ਕਹਿਣ ਲੱਗੇ ਇੱਕ ਮੱਛੀ ਵਰਗਾ ਜੀ, ਤੇ ਪਰਮੇਸ਼ਰ ਸਮੁੰਦਰ ਹੈ। ਹਾਂਜੀ। ਮਹਾਦੇਵ ਉਰ ਹਰਖਿਓ ਅਤਸ਼ੈ। ਮਿੱਠੇ ਬੋਲ ਸੁਣ ਕੇ ਕੌਣ ਨਹੀਂ ਖੁਸ਼ ਹੁੰਦਾ ਜੀ? ਬਾਬਾ ਮਹਾਦੇਵ ਜੀ ਬੜੇ ਖੁਸ਼ ਹੋਏ ਜੀ। ਹਾਂਜੀ। ਤੁਮਕੋ ਐਸੇ ਹੀ ਬਨ ਆਏ। ਬਾਬਾ ਮਹਾਦੇਵ ਜੀ ਕਹਿੰਦੇ ਬਿਲਕੁਲ ਠੀਕ ਸੁਭਾਅ। ਕਹਿਣ ਲੱਗੇ ਤੁਹਾਨੂੰ ਇਹੋ ਜਿਹਾ ਹੀ ਸੁਭਾਅ ਚਾਹੀਦਾ ਹੈ। ਹਾਂਜੀ। ਸਰਬ ਜਗਤ ਕੇ ਗੁਰੂ ਸ਼੍ਰੋਮਣ। ਕਿਉਂ? ਤੁਸੀਂ ਜਗਤ ਗੁਰੂ ਹੋ, ਸ਼੍ਰੋਮਣੀ ਹੋ, ਪੂਜਨੀਕ ਹੋ। ਮੁਝ ਕੋ ਬੋਲਤ ਬਹੁ ਵਡਿਆਏ। ਪਰ ਫਿਰ ਵੀ ਤੁਸੀਂ ਮੇਰੀ ਵਡਿਆਈ ਕਰ ਰਹੇ ਹੋ, ਮਿੱਠੇ ਬੋਲ ਬੋਲ ਰਹੇ ਹੋ। ਇਹੋ ਹੀ ਚਾਹੀਦਾ ਹੈ ਜੀ। ਹਾਂਜੀ। ਪਿਤਾ ਜੀ ਵਾਲਾ ਪਿਆਰ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਵਿੱਚੋਂ ਵਿਖਿਆ ਜੀ। ਜਿਵੇਂ ਗੁਰੂ ਰਾਮਦਾਸ ਜੀ ਪਿਆਰ ਕਰਦੇ ਸੀ ਨਾ ਉਹਨਾਂ ਨੂੰ, ਉਹ ਪਿਆਰ ਗੁਰੂ ਅਰਜਨ ਦੇਵ ਜੀ ਵਿੱਚੋਂ ਵਿਖਿਆ ਜੀ। ਵੇਖੋ ਹੁੰਦਾ ਤੇ ਹੈ ਵੱਡੇ ਭਰਾ ਵਿੱਚੋਂ ਛੋਟਾ ਭਰਾ ਬਾਪ ਲੱਭਦਾ ਜੀ, ਪਰ ਇੱਥੇ ਛੋਟੇ ਵਿੱਚੋਂ ਵੱਡੇ ਨੂੰ ਬਾਪ ਦੇ ਦਰਸ਼ਨ ਹੋ ਰਹੇ ਹੈ। ਹਾਂਜੀ।
ਆਹ ਬੜਨ ਕੀ ਇਹੋ ਵਡਿਆਈ। ਹਾਂ, ਬਾਬਾ ਮਹਾਦੇਵ ਕਹਿੰਦੇ ਤੁਸੀਂ ਵੱਡੇ ਜੇ ਨਾ, ਫਿਰ ਗੁਰੂ ਚ ਨਾ ਇਹ ਵੱਡਿਆਂ ਦੀ ਵਡਿਆਈ ਹੁੰਦੀ ਹੈ। ਪਰ ਜਸ ਕਹਿਨੋ ਆਪਨ ਦੁਹਰਾਏ। ਆਪਣੇ ਆਪ ਨੂੰ ਛੁਪਾ ਕੇ ਰੱਖਣਾ ਤੇ ਦੂਜੇ ਦੀ ਸਿਫਤ ਕਰਨੀ ਜੀ। ਹਾਂਜੀ। ਬੜੋ ਭਰਾਤ ਕਰ ਮੁਝ ਕੋ ਜਾਨੋ, ਹਾਂਜੀ। ਤੁਮ ਗੁਣ ਮੈਂ ਸਭ ਤੇ ਅਧਿਕਾਏ। ਠੀਕ ਹੈ, ਤੁਸੀਂ ਮੈਨੂੰ ਵੱਡੇ ਭਰਾ ਜਾਣਦੇ ਹੋ, ਪਰ ਹੈ ਮੈਂ ਤੁਹਾਡਾ ਸਿੱਖ ਹੀ ਆ ਕਹਿਣ ਲੱਗੇ। ਤੁਸੀਂ ਵੱਡੇ ਚ ਹਰ ਤਰ੍ਹਾਂ ਨਾਲ। ਸ਼ਾਂਤੀ ਦੀਆਂ ਗੱਲਾਂ ਸੁਣ ਕੇ ਕਿੰਨਾ ਚੰਗਾ ਲੱਗਦਾ ਜੀ। ਤੇ ਇਹੋ ਹੀ ਇੱਟ ਖੜਿਕਾ ਬਾਬਾ ਪ੍ਰਿਥੀਆ ਜੀ ਕਰਦੇ ਰਹਿੰਦੇ ਜੀ, ਉਹਦੇ ਚ ਦੁੱਖ ਹੈਗਾ ਜੀ, ਸੁਣਨ ਵਾਲੇ ਨੂੰ ਚੰਗਾ ਨਹੀਂ ਲੱਗਦਾ ਜੀ। ਹਾਂਜੀ। ਸ਼੍ਰੀ ਨਾਨਕ ਆਦਿਕ ਕੀ ਗਾਦੀ, ਤਿਸ ਪਰ ਬੈਠੇ ਤਿਨਹੁ ਸਮਾਨ। ਬਾਬਾ ਮਹਾਦੇਵ ਜੀ ਬੈਰਾਗੀ ਹੋ ਗਏ ਜੀ, ਹੱਥ ਜੋੜ ਕੇ ਕਹਿੰਦੇ ਮਹਾਰਾਜ ਸੱਚ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਜੇ ਗੁਰੂ ਨਾਨਕ ਸਾਹਿਬ ਹੀ ਬਣ ਗਏ ਹੋ ਕਹਿਣ ਲੱਗੇ। ਇੰਨੀ ਨਿਮਰਤਾ ਤੁਹਾਡੇ ਚ। ਹਾਂਜੀ। ਮੋਰ ਬਿਖੈ ਪ੍ਰਤੀਤ ਪਈ ਅਬ, ਨਾਹੀਂ ਤਾਂ ਅਨੁਜ ਆਪਣੋ ਜਾਨ। ਅੱਜ ਤੱਕ ਮੈਂ ਤੁਹਾਨੂੰ ਭਰਾ ਸਮਝਿਆ, ਪਰ ਜਿਸ ਹਿਸਾਬ ਨਾਲ ਅੱਜ ਤੁਸੀਂ ਮੈਨੂੰ ਸਤਿਕਾਰ ਦਿੱਤਾ, ਗੁਰੂ ਹੋ ਕੇ ਆਪਣੀ ਥਾਂ ਤੇ ਬਿਠਾਇਆ, ਗੋਡਾ ਚੁੱਕ ਕੇ ਬਿਠਾਇਆ, ਅੱਜ ਤੋਂ ਮੈਂ ਸਮਝਦਾ ਤੁਸੀਂ ਗੁਰੂ ਨਾਨਕ ਸਾਹਿਬ ਹੋ ਕਹਿਣ ਲੱਗੇ। ਅੱਜ ਤੱਕ ਮੈਂ ਭਰਾ ਹੀ ਸਮਝਦਾ ਰਿਹਾ ਤੁਹਾਨੂੰ, ਹੁਣ ਮੈਨੂੰ ਭਰੋਸਾ ਬਣ ਗਿਆ ਤੁਸੀਂ ਗੁਰੂ ਨਾਨਕ ਦੇਵ ਜੀ ਹੋ ਕਹਿਣ ਲੱਗੇ। ਤੇ ਸੰਗਤ ਜੀ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਧੰਦਾ ਬਣਾਇਆ, ਪੁਸਤਕ ਹੀ ਬਣਾਇਆ ਜੀ। ਇਹ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ। ਹੱਥ ਜੋੜੋ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਵੀ ਗੁਰੂ ਉਹੋ ਹੀ ਨੇ ਜੀ। ਹਾਂਜੀ। ਬਿਨੈ ਸਹਿਤ ਮੈਂ ਕਹਿਤ ਤੁਮ ਹੋ ਕੋ, ਆਪਣੇ ਠਾਨੇ ਗੁਰੂ ਮਹਾਨ। ਆਪਣੇ ਨਾਨੇ ਗੁਰੂ ਮਹਾਨ ਕਹਿਣ ਲੱਗੇ, ਮੈਂ ਤੁਹਾਨੂੰ ਬੇਨਤੀ ਕਰਨ ਆਇਆ, ਤੁਹਾਡੇ ਤੇ ਮੇਰੇ ਨਾਨਾ ਜੀ ਇੱਕੋ ਹੀ ਨੇ ਕਹਿਣ ਲੱਗੇ। ਉਹ ਵੀ ਗੁਰੂ ਹੋਏ, ਗੁਰੂ ਅਮਰਦਾਸ ਜੀ ਬੜੇ ਮਹਾਨ। ਹਾਂਜੀ। ਗੋਇੰਦਵਾਲ ਅੰਸ਼ ਹੈ ਤਿਨ ਕੀ, ਉਹਨਾਂ ਦਾ ਖਾਨਦਾਨ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਰਹਿੰਦਾ ਹੈ। ਹਮਰੇ ਸੰਗ ਸਨੇ ਸੋਠਾਨ। ਸਾਡੇ ਸਾਰਿਆਂ ਨਾਲ ਹੀ ਉਹਨਾਂ ਦਾ ਬੜਾ ਪਿਆਰ ਹੈ। ਸ਼੍ਰੀ ਗੁਰ ਅਮਰ ਦਿਵਸ ਸ਼ੁਭ ਪੂਨੋ। ਤੇ ਬੇਨਤੀ ਹੈ, ਸ੍ਰੀ ਗੁਰੂ ਅਮਰਦਾਸ ਜੀ ਦੀ ਬਰਸੀ ਆ ਗਈ ਹੈ ਕਹਿਣ ਲੱਗੇ। ਪੁੰਨਿਆ ਤਿਥੀ ਹਿੰਦੂ ਧਰਮ ਚ ਕਹਿੰਦੇ ਪੁੰਨਿਆ ਤਿਥੀ ਜੀ, ਜਿਸ ਦਿਨ ਸਰੀਰ ਤਿਆਗਿਆ ਹੋਵੇ, ਬਰਸੀ। ਹਾਂਜੀ। ਉਤਸਵ ਕਰਤ ਸਕਲ ਹਰ ਖਾਏ। ਤੇ ਪੁੰਨਿਆ ਦਾ ਦਿਨ ਹੈ ਉਹ, ਤੇ ਸੰਗਤਾਂ ਉਹ ਦਿਨ ਗੁਰੂ ਅਮਰਦਾਸ ਜੀ ਦੇ ਪਿਆਰ ਵਿੱਚ ਲਾਉਂਦੀਆਂ ਸਾਰਾ। ਹਾਂਜੀ। ਸਿੱਖ ਸੰਗਤ ਗਨ ਮਿਲੈ ਆਏ ਕਰ। ਬੜੀਆਂ ਸੰਗਤਾਂ ਗੋਇੰਦਵਾਲ ਸਾਹਿਬ ਇਕੱਠੀਆਂ ਹੋਣੀਆਂ ਨੇ, ਪਾਏ ਮਹਾਫਲ ਸਭ ਸੁਖ ਦਾਏ। ਸਾਰਿਆਂ ਨੇ ਫਲ ਪਾਉਣਾ, ਸੁੱਖ ਮਿਲਨੇ ਸਾਰਿਆਂ ਨੂੰ। ਹਾਂਜੀ। ਹੈ ਮਮ ਚਿਤ ਮੈਂ ਤਹਾਂ ਜਾਨ ਕੀ। ਮਹਾਰਾਜ ਹੇ ਸੱਚੇ ਪਾਤਸ਼ਾਹ, ਮੇਰੀ ਇੱਛਾ ਮੈਂ ਵੀ ਗੋਇੰਦਵਾਲ ਸਾਹਿਬ ਜਾਵਾਂ, ਮਹਾਰਾਜ ਜੀ ਦੀ ਬਰਸੀ ਮਨਾ ਕੇ ਆਵਾਂ। ਸਾਡੇ ਨਾਨਾ ਜੀ ਸਨ ਉਹ। ਹਾਂਜੀ। ਚਾਹੋ ਤੁਮਹਾਰੀ ਅਬੈ ਰਜ਼ਾਏ। ਮੈਂ ਤੁਹਾਡੀ ਆਗਿਆ ਚਾਹੁੰਦਾ ਕਹਿਣ ਲੱਗੇ, ਜੇ ਤੁਸੀਂ ਹੁਕਮ ਕਰੋ ਤੇ ਮੈਂ ਜਾ ਆਵਾਂ। ਹਾਂਜੀ। ਕੇਤਕ ਦਿਵਸ ਰਹੋ ਪੁਰ ਤਿਸ ਹੀ, ਜੀਵਤ ਰਹਿਓ ਮਿਲੈ ਪੁਨ ਆਏ। ਕੁਝ ਦਿਨ ਮੈਂ ਉੱਥੇ ਰਵਾਂਗਾ ਕਹਿਣ ਲੱਗੇ, ਫਿਰ ਵਾਪਸ ਤੁਹਾਡੇ ਕੋਲ ਆ ਜਾਵਾਂਗਾ, ਮੈਂ ਤੁਹਾਡਾ ਹੁਕਮ ਚਾਹੁੰਦਾ ਹੈ। ਹਾਂਜੀ। ਸੁਨਤ ਭਰਾਤ ਤੇ ਹਰਖਤ ਹੋਏ। ਮਹਾਰਾਜ ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੋਏ ਜੀ ਜਦੋਂ ਬਾਬਾ ਮਹਾਦੇਵ ਜੀ ਨੇ ਇਹ ਗੱਲ ਕੀਤੀ ਨਾ। ਹਾਂਜੀ। ਕਹਿਓ ਬੁੱਧ ਤੁਮਰੀ ਕੋ ਧੰਨ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਬਾ ਜੀ ਤੁਹਾਡੀ ਬੁੱਧੀ ਧੰਨ ਹੈ ਕਹਿਣ ਲੱਗੇ। ਉਹ ਬੁੱਧੀ ਧੰਨ ਹੈ ਜਿਹੜੀ ਚੰਗੇ ਫੁਰਨੇ ਬਣਾਵੇ ਜੀ, ਚੰਗੀਆਂ ਸੋਚਾਂ ਸੋਚੇ ਜੀ। ਹਾਂਜੀ। ਹਮ ਵੀ ਚਲਹਿ ਕਰੈ ਸਭ ਦਰਸ਼ਨ। ਮਹਾਰਾਜ ਕਹਿਣ ਲੱਗੇ ਜੇ ਤੁਹਾਡੇ ਨਾਨਾ ਜੀ ਤੇ ਨਾਨਾ ਜੀ ਤੇ ਉਹ ਸਾਡੇ ਵੀ ਨੇ ਕਹਿਣ ਲੱਗੇ, ਫਿਰ ਅਸੀਂ ਉਹਨਾਂ ਦੀ ਤੇ ਥਾਂ ਤੇ ਬੈਠੇ ਆ, ਅਸੀਂ ਵੀ ਚੱਲਾਂਗੇ ਗੋਇੰਦਵਾਲ ਸਾਹਿਬ ਕਹਿਣ ਲੱਗੇ, ਅਸੀਂ ਵੀ ਦਰਸ਼ਨ ਕਰਕੇ ਆਵਾਂਗੇ। ਹਾਂਜੀ। ਉਤਸਵ ਪੂਰਨਮਾ ਮਨ ਮਨ। ਉਹ ਪੁੰਨਿਆਂ ਦਾ ਆਨੰਦ ਜਿਹੜਾ ਹੈ ਉਹ ਲੈ ਕੇ ਆਵਾਂਗੇ।
ਹਾਂਜੀ ਹੋਏ ਇਕੱਤਰ ਪੁਰ ਬਿਖੈ ਪਵਿੱਤਰਤਾ, ਹਾਂਜੀ। ਜਹਾਂ ਬਚਿੱਤਰ ਪਾਏ ਫਲ ਜਨ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਸੰਗਤਾਂ ਇਕੱਤਰ ਹੋਣੀਆਂ ਨੇ, ਗੁਰੂ ਜੀ ਦੇ ਪਿਆਰ ਵਿੱਚ ਇਕੱਤਰ ਹੋਣੀਆਂ ਨੇ, ਬੜਾ ਕੁਝ ਉੱਥੋਂ ਪ੍ਰਾਪਤ ਹੋਏਗਾ। ਹਾਂਜੀ ਚਿਰ ਬੀਤਿਓ ਦਰਸੈ ਬਿਨ ਥਲ ਕੋ, ਨਾਲੇ ਮਹਾਰਾਜ ਕਹਿੰਦੇ ਬੜਾ ਚਿਰ ਹੋ ਗਿਆ ਦਰਸ਼ਨ ਕੀਤਿਆਂ ਗੋਇੰਦਵਾਲ ਸਾਹਿਬ ਦੇ। ਉਮੰਗਤ ਹਿਰਦਾ ਬਿਲੋਕ ਪ੍ਰਸੰਨ, ਨਾਲੇ ਹਿਰਦਾ ਖੁਸ਼ ਹੋਏਗਾ, ਵੱਡੇ ਸਤਿਗੁਰਾਂ ਦੇ ਅਸਥਾਨ ਤੇ ਦਰਸ਼ਨ ਕਰਾਂਗੇ। ਵੇਖੋ ਬਚਪਨ ਵੀ ਉੱਥੇ ਰਿਹਾ ਜੀ ਇਹਨਾਂ ਦਾ, ਗੁਰੂ ਅਰਜਨ ਦੇਵ ਜੀ ਦਾ ਆਗਮਨ ਹੀ ਗੋਇੰਦਵਾਲ ਸਾਹਿਬ ਹੋਇਆ ਜੀ। ਹਾਂਜੀ ਇਮ ਸਾਦਰ ਬਹੁ ਭਰਾਤ ਸਰਾਹਿਓ, ਇਸ ਤਰੀਕੇ ਨਾਲ ਮਹਾਰਾਜ ਨੇ ਆਪਣੇ ਭਰਾ ਦੀ ਬੜੀ ਸਿਫਤ ਕੀਤੀ, ਤਾਰੀਫ ਕੀਤੀ ਵੀ ਤੁਸੀਂ ਬੜੀ ਚੰਗੀ ਗੱਲ ਆਖੀ ਹੈ। ਮਹਾਦੇਵ ਸੁਨ ਕਰ ਹਰ ਖਾਏ, ਜਦੋਂ ਬਾਬਾ ਮਹਾਦੇਵ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਵੀ ਚੱਲਣਗੇ, ਬਾਬਾ ਮਹਾਦੇਵ ਜੀ ਬੜੇ ਖੁਸ਼ ਹੋਏ ਜੀ। ਹਾਂਜੀ ਅਪਰ ਬਾਰਤਾ ਅਮਰ ਗੁਰੂ ਕੀ, ਕਰਤ ਸ਼ਲਾਘਾ ਰੁਚ ਉਪਜਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾ ਜੀ ਕੁਝ ਬਚਨ ਕੀਤੇ ਜੀ, ਸ਼ਲਾਘਾ ਕੀਤੀ, ਬਚਨ ਚੇਤਾ ਕੀਤੇ, ਪੁਰਾਣੇ ਬਚਨ ਚੇਤਾ ਕੀਤੇ। ਹਾਂਜੀ ਸਮ ਪਾਰਸ ਕੇ ਪਰਸੇ ਜਿਸ ਕੇ, ਹੁਤੇ ਮਨੂਰ ਸੋ ਹੇਮ ਬਨਾਏ। ਕਹਿੰਦੇ ਗੁਰੂ ਅਮਰਦਾਸ ਜੀ ਤੇ ਉਹ ਗੁਰੂ ਪਾਰਸ ਨੇ ਜਿਨ੍ਹਾਂ ਨਾਲ ਲੋਹਾ ਵੀ ਛੋ ਜੇ ਤੇ ਉਹ ਪਾਰਸ ਬਣ ਜਾਂਦਾ ਜੀ। ਭਾਵ ਮਾੜੇ ਤੋਂ ਮਾੜੇ ਮਨ ਵਾਲਾ ਬੰਦਾ ਵੀ ਲਾਗੇ ਆਇਆ ਉਹ ਪਵਿੱਤਰ ਹੋ ਗਿਆ ਜੀ। ਮਹਾਰਾਜ ਉਹ ਪਾਰਸ ਨੇ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਆ ਰਾਮ। ਉਹ ਤੇ ਗੁਰੂ ਅਮਰਦਾਸ ਸਾਹਿਬ ਤੇ ਪਾਰਸ ਹੀ ਕਰ ਦਿੰਦੇ ਬੰਦੇ ਤੋਂ। ਹਾਂਜੀ ਬਨ ਮੈਂ ਜਿਮ ਇੱਕ 52 ਚੰਦਨ, ਤਰੁ ਸੁਗੰਧਤ ਕਰ ਸਮੁਦਾਏ। ਜਿਵੇਂ ਜੰਗਲ ਦੇ ਵਿੱਚ ਇੱਕ ਸਾਧ ਸੰਗਤ ਦੀ ਪਾਰਸ ਪੱਥਰ ਵਾਹਿਗੁਰੂ ਇੱਕ ਵੀ ਉਹ 52 ਚੰਦਨ ਹੋਵੇ ਨਾ, ਉਹ ਨਾਲ ਦੇ ਸਾਰੇ ਰੁੱਖਾਂ ਨੂੰ ਸੁਗੰਧਿਤ ਕਰਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ 52 ਚੰਦਨ। ਭਾਈ ਗੁਰਦਾਸ ਜੀ ਵੀ ਲਿਖਦੇ, ਮਹਾਰਾਜ ਨੂੰ 52 ਚੰਦਨ ਵੀ ਲਿਖਦੇ ਆ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ। ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਫਿਰ ਪ੍ਰੋਗਰਾਮ ਬਣਾਇਆ ਗੋਇੰਦਵਾਲ ਸਾਹਿਬ ਜਾਣ ਦਾ ਜੀ। ਉਹ ਜਿਸ ਮਹੀਨੇ ਦੀ ਪੁੰਨਿਆ ਨਾ, ਉਹ ਮਹੀਨਾ ਮੈਨੂੰ ਵਿਸਰਿਆ, ਕੱਲ ਆਪਾਂ ਜ਼ਿਕਰ ਕਰਾਂਗੇ। ਪੱਕਾ ਹੀ ਆ ਉਸ ਮਹੀਨੇ ਦੀ ਪੁੰਨਿਆ ਤੇ ਲੋਕ ਜਾਂਦੇ ਹੀ ਜਾਂਦੇ ਨੇ ਜੀ ਉੱਥੇ। ਗੁਰੂ ਸਾਹਿਬ ਮਿਹਰ ਕਰ, ਬੜਾ ਵੱਡਾ ਮੇਲਾ ਲੱਗਦਾ ਜੀ ਉਦੋਂ ਜੀ, ਉਹਨੂੰ ਜੱਗ ਮੇਲਾ ਕਹਿੰਦੇ ਜੀ। ਜੱਗ ਮੇਲਾ ਜਦੋਂ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਨਾ, ਸਦ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ। ਜਦੋਂ ਮਹਾਰਾਜ ਨੇ ਸਾਰਾ ਪਰਿਵਾਰ ਸੰਗਤਾਂ ਇਕੱਠੀਆਂ ਕੀਤੀਆਂ ਸੀਗੀਆਂ, ਆਪੇ ਹੀ ਜੱਗ ਕਰ ਲਿਆ ਸੀ ਆਪਣੇ ਸਰੀਰ ਤਿਆਗਣ ਦਾ ਬੜਾ ਵੱਡਾ ਜੀ। ਉਹ ਜੱਗ ਮੇਲਾ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਸਤਿਗੁਰੂ ਆਪ ਹੀ ਗੁਰੂ ਅਰਜਨ ਸਾਹਿਬ ਰੱਬ ਪਰਮੇਸ਼ਰ ਹਨ। ਅੰਮ੍ਰਿਤ ਬਚਨ ਮਹਾਰਾਜ ਗਰੀਬ ਨਵਾਜ ਸੁਣਾਉਂਦੇ ਆ। ਅੱਗੋਂ ਗੁਰੂ ਜੀ ਦੀ ਕਥਾ ਕੱਲ ਨੂੰ ਸਰਵਣ ਕਰਾਂਗੇ। ਜਦੋਂ ਪੰਕਤੀ ਪੜੋ ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਸਤਿਗੁਰ ਜੋ ਅੰਮ੍ਰਿਤ ਸੁਣਾਵੇ, ਜੋ ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ
ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਇੱਕ ਵਾਰੀ ਪਿਆਰ ਨਾਲ ਗੱਜ ਕੇ ਸਾਰੇ ਇਕੱਠੇ ਕਹਿ ਦਈਏ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗਰੀਬ ਨਵਾਜ ਕਿਰਪਾ ਕਰਨ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਜਾਣਗੇ, ਬਹੁਤ ਵੱਡਾ ਪ੍ਰਬੰਧ ਮਹਾਰਾਜ ਨੇ ਉੱਥੇ ਕਰਨਾ, ਤੇ ਗੋਇੰਦਵਾਲ ਸਾਹਿਬ ਜਾ ਕੇ ਜਿਹੜੀ ਨਿਮਰਤਾ ਮਹਾਰਾਜ ਨੇ ਵਰਤਣੀ ਉਹ ਕਮਾਲ ਦੀ ਹੋਣੀ ਹੈ। ਉਹ ਸੁਣਿਆ ਹੀ ਪਤਾ ਲੱਗਣਾ। ਕਿਸੇ ਦੀ ਕੋਈ ਡਿਊਟੀ, ਕਿਸੇ ਦੀ ਕੋਈ ਡਿਊਟੀ, ਕਿਸੇ ਦੀ ਕੋਈ ਡਿਊਟੀ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਣਾ ਸੰਗਤਾਂ ਦੇ ਜੋੜੇ ਝਾੜਨ ਦੀ ਮੇਰੀ ਡਿਊਟੀ ਕਹਿਣ ਲੱਗੇ। ਸਿੱਖ ਕਹਿੰਦੇ ਨਾ ਮਹਾਰਾਜ ਤੁਸੀਂ ਤੇ ਆਪ ਗੁਰੂ ਪਰਮੇਸ਼ਰ ਹੋ। ਮਹਾਰਾਜ ਕਹਿੰਦੇ ਸਾਡੇ ਵੱਡੇ ਗੁਰੂਆਂ ਦੀ ਯਾਦ ਮਨਾਈ ਜਾ ਰਹੀ ਹੈ ਤੇ ਇਹ ਸੇਵਾ ਅਸੀਂ ਕਰਾਂਗੇ। ਉਹ ਕਥਾ ਆਪਾਂ ਆਉਂਦੇ ਦਿਨਾਂ 'ਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।